सतगुरु गुरपूरन नारायण है। गुरदयाल समरथ गुर गुरु नानक पतत उदाहरण है। चवर छतर तखत दे मालक साहिब श्री गुरु ग्रंथ साहिब जी की पावन हजूरी विच सज बैठी गुरु प्यारी खालसा साध संगत जी फतेह प्रवान करो। वाहिगुरू जी का खालसा वाहिगुरू जी की फतेह। धन धन श्री गुरु तेग बहादुर साहिब सच्चे पातशाह जी दे शहीदी अस्थान गुरुद्वारा श्री शीशगंज साहिब दिल्ली विखे आप सरबत संगतां हाजरीन हो। बड़ी सहजता दे नाल ज्ञानी हरनाम सिंह जी हुणा ने आप संगत नूं तुरकी बाणी दा फुरमान सरवण करवाया है। आओ इस अगम्मी फुरमान दी विचार दे नाल जुड़ के अपने समय नूं जीवन नूं सफला करिए। सतनाम श्री वाहिगुरू साहिब जी। धन एकलड़ी जियो बिन नाहा प्यारे। धन धन श्री गुरु अमरदास साहिब सच्चे पातशाह जी का यह पवित्र फुरमान श्री गुरु ग्रंथ साहिब जी के अंदर 243-44 अंग उपर दर्ज है। राग गौड़ी दे विच शंत राही महाराज अकाल पुरख ते उन्हां दे सरगुण स्वरूप गुरु अंगद साहिब दी वडियाई गाउंदे ने। चार छंदां विचों दो छंदां दी व्याख्या आप संगत ने कल सरवण कर लई सी। अगले जिहड़े दो छंद ने जिहड़ी उन्हां दी व्याख्या है, आओ उस व्याख्या नूं विचारन दा आपां यतन करिए। गुरु अमरदास साहिब सच्चे पातशाह जिन्हां दी वडियाई कथनी तो बाहर है। कनहर बूंद बसोरो मावल कुसम बसंत गनंत न आवै। रव सस किरण उदर सागर को गंग तरंग अंत को पावै। रुद्र ध्यान ज्ञान सतगुर के कविजन भल उन्हें जो गावै। भले अमरदास गुण तेरे तेरी उपमा तोहे बन आवै। कोई तारे भी गिन सकता है। अथाह ज्ञान हासिल करके सागर दा उधर भी मापिया जा सकता है और उधर दे ध्यान दा अंत भी पै सकता है। गुरु दी बख्शिश होवे पर ऐसा कोई रूहे जमीन दे उत्ते गलुआ नहीं है जिहड़ा गुरु अमरदास दे गुणां दा अंत पा सके। बेअंत उहदे गुण ने, वो आप ही अपने गुणां नूं जानन वाला है। सब ते वड समरथ गुरदेव उहदे नालों कोई वड्डा होवे ते उहदा अंत पावे। ऐसे गुरु अमरदास दी पुरजोर कलम चों प्रगट होए ये बोल ने। महाराज कहंदे ने धन एकलड़ी जियो बिन नाहा प्यारे। धन लफ्ज़ आपां बहुता पैसे लई वरतदे हैं पर इत्थे धन तो भाव है जवान इस्त्री। संस्कृत का लफ्ज़ है तनिका, उन्होंने शॉर्ट विच आपां धन कह लैने हैं। एकलड़ी एकल तो बनिया है। एकल का भाव है अदुੱਤੀ लासानी इको एक। नाहा लफ्ज़ जिहड़ा है ये पति लई आउंदा है।
ਨਰੀ ਤੇ ਨਾ ਲਫ਼ਜ਼ ਪੁਰਖ ਲਈ ਜਵਾਨ ਗੱਭਰੂ ਲਈ ਆਉਂਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਹ ਜੀਵ ਰੂਪੀ ਇਸਤਰੀ ਨਾਹਾ ਤੋਂ ਬਿਨਾ ਪਤੀ ਪਰਮ ਈਸ਼ਵਰ ਤੋਂ ਬਿਨਾ ਬੜੀ ਇਕੱਲੀ ਹੈ, ਬੜੀ ਦੁੱਖਾਂ ਦੇ ਸਹਿਤ ਹੈ, ਸੁੰਨਾ ਇਹਦਾ ਜੀਵਨ ਹੈ। ਜਿਹਦੇ ਜੀਵਨ ਵਿੱਚ ਪਤੀ ਪਰਮੇਸ਼ਰ ਨਹੀਂ, ਅਕਾਲ ਪੁਰਖ ਨਹੀਂ, ਉਹਦਾ ਜੀਵਨ ਉਜਾੜ ਵਰਗਾ ਹੈ। ਉਹਦੇ ਕੋਲ ਸਤ ਸੰਤੋਖ ਦਇਆ ਧਰਮ ਵਰਗੇ ਪ੍ਰਫੁੱਲਤ ਗੁਣ ਨਹੀਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਉਜਾੜ ਹੈ ਉਹਦੇ ਜੀਵਨ ਦੇ ਵਿੱਚ। ਕਾਰਨ ਕੀ ਹੈ? ਮਹਾਰਾਜ ਕਹਿੰਦੇ ਉਹਨੇ ਕਦੇ ਅਕਾਲ ਪੁਰਖ ਨਾਲ ਪਿਆਰ ਕੀਤਾ ਹੀ ਨਹੀਂ ਤੇ ਉਹਨੂੰ ਖਸਮ ਮਿਲ ਕਿਵੇਂ ਪੈਂਦਾ। ਤੇ ਕਈਆਂ ਤੋਂ ਮਿਲਿਆ ਵੀ ਗਵਾਚ ਜਾਂਦਾ ਹੈ। ਜਿਵੇਂ ਪ੍ਰਤੱਖ ਕਿਸੇ ਇਸਤਰੀ ਦਾ ਪਤੀ ਛੱਡ ਜਾਵੇ ਤੇ ਉਹਦੇ ਜੀਵਨ ਵਿੱਚ ਕੋਈ ਰੰਗੀਨੀ ਨਹੀਂ ਰਹਿੰਦੀ, ਖੁਸ਼ੀ ਨਹੀਂ ਰਹਿੰਦੀ। ਇੱਦਾਂ ਜਗਿਆਸੂ ਰੂਪ ਜੋ ਇਸਤਰੀਆਂ ਨੇ, ਜੇ ਪਤੀ ਪਰਮੇਸ਼ਰ ਦੀ ਉਹਨਾਂ ਨੂੰ ਪ੍ਰਾਪਤੀ ਨਹੀਂ ਹੈ ਤੇ ਉਹਨਾਂ ਦਾ ਜੀਵਨ ਰੁੱਖਾ ਹੈ। ਜਿਵੇਂ ਬਾਣੀ ਚ ਆਉਂਦਾ ਹੈ ਨਾ, ਨਾਹਾਂ ਬਿਨ ਘਰ ਵਾਸ ਨਾਹੀਂ, ਪੁੱਛੋ ਸਖੀ ਸਹੇਲੀਆ, ਬਿਨ ਨਾਮ ਪ੍ਰੀਤ ਪਿਆਰ ਨਾਹੀਂ, ਵਸ ਹੈ ਸਾਚ ਸੁਹੇਲੀਆ। ਬਿਨਾਂ ਪਰਮੇਸ਼ਵਰ ਦੀ ਪ੍ਰਾਪਤੀ ਤੋਂ ਮਹਾਰਾਜ ਕਹਿੰਦੇ ਨੇ ਜੀਵਨ ਸਫਲਾ ਨਹੀਂ ਹੋ ਸਕਦਾ। ਮੰਜ਼ਲੇ ਮਕਸੂਦ ਤੇ ਪਹੁੰਚਣਾ ਹੈ ਤੇ ਪ੍ਰਮਾਤਮਾ ਨਾਲ ਪਿਆਰ ਕਰਨਾ ਪਵੇਗਾ ਜੇ ਉਹਦੇ ਤਾਈਂ ਪਹੁੰਚ ਬਣਾਉਣੀ ਹੈ। ਤੇ ਮਹਾਰਾਜ ਅੱਗੇ ਫੁਰਮਾਨ ਕਰਦੇ ਨੇ, ਦੂਜੈ ਭਾਏ ਮੁੱਠੀ ਜੀਓ, ਬਿਨ ਗੁਰ ਸ਼ਬਦ ਕਰਾਰੇ। ਦੂਜਾ ਦੁਵਿਤੀ ਹੈ, ਦੂਸਰਾ ਭਾਵ। ਹੁਣ ਮਹਾਰਾਜ ਕਹਿੰਦੇ ਨੇ ਮੁੱਠੀ, ਮੁੱਠੀ ਦਾ ਭਾਵ ਹੈ ਚੁਰਾਈ ਹੋਈ, ਖੋਈ ਹੋਈ, ਲੁੱਟੀ ਹੋਈ, ਠੱਗੀ ਹੋਈ। ਅੱਗੇ ਲਫ਼ਜ਼ ਵਰਤਿਆ ਹੈ ਸ਼ਬਦ ਕਰਾਰੇ। ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਕਰਾਰੇ ਤੋਂ ਭਾਵ ਬੜਾ ਬਲੀ ਹੈ, ਬੜਾ ਬਲਵਾਨ ਹੈ। ਉਹਦਾ ਅਮਰ ਮਿਟ ਨਹੀਂ ਸਕਦਾ, ਉਹਦੇ ਅਲਫਾਜ਼ ਕੱਟੇ ਨਹੀਂ ਜਾ ਸਕਦੇ, ਬੜੇ ਬਲਸ਼ਾਲੀ ਨੇ। ਹੁਣ ਇੱਥੇ ਮਹਾਰਾਜ ਸਾਨੂੰ ਸਮਝਾਉਂਦੇ ਨੇ ਇਹ ਜਿਹੜੀ ਲੋਕਾਈ ਹੈ, ਜਿਹੜੀ ਦੁਨੀਆ ਹੈ, ਗੁਰੂ ਦੇ ਕਰਾਰੇ ਬਲੀ ਸ਼ਬਦ ਤੋਂ ਬਿਨਾ, ਗੁਰੂ ਦੇ ਮਹਾਨ ਸ਼ਬਦ ਦੇ ਬਲ ਤੋਂ ਬਿਨਾ ਵਿਕਾਰਾਂ ਵਿੱਚ, ਮਾਇਆ ਦੇ ਮੋਹ ਵਿੱਚ ਠੱਗੀ ਹੋਈ ਹੈ ਜੀਵ ਇਸਤਰੀ। ਹੁਣ ਬਾਜੀਗਰ ਕਈ ਵਾਰ ਆਪਾਂ ਵੇਖਿਆ ਹੈ ਬਾਜੀ ਪਾਉਂਦਾ ਹੈ, ਪਰ ਉਹਦੀ ਬਾਜੀ ਦੇ ਦਰਮਿਆਨ ਕੁਝ ਵੀ ਸਾਡੇ ਹੱਥ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ, ਜਿਉਂ ਬਾਜੀਗਰ ਭਰਮੈ ਭੂਲੈ, ਝੂਠ ਮੁੱਠੀ ਅਹੰਕਾਰੋ। ਬਾਜੀਗਰ ਨੇ ਬਾਜੀ ਪਾਈ, ਤਮਾਸ਼ਾ ਵਿਖਾਇਆ, ਹੱਥ ਵਿੱਚ ਵੇਖਣ ਵਾਲਿਆਂ ਦੇ ਕੁਝ ਨਾ ਆਇਆ। ਸੰਸਾਰ ਦਾ ਮੋਹ ਇੱਦਾਂ ਦਾ ਹੈ, ਵੇਖਣ ਨੂੰ ਸਾਰਾ ਸੱਚ ਜਾਪਦਾ ਹੈ, ਹੱਥ ਕੁਝ ਵੀ ਨਹੀਂ ਆਉਂਦਾ। ਇਹ ਸਮਝ ਉਦਣ ਪੈਂਦੀ ਹੈ ਜਮਕਾ ਡੰਡ ਮੂੰਡ ਮਹਿ ਲਾਗੈ, ਜਦੋਂ ਸਿਰ ਤੇ ਜਮਾਂ ਦੀ ਡਾਂਗ ਵਰਦੀ ਹੈ। ਮੰਜੇ ਤੇ ਪਿਆ ਬੰਦਾ ਅਖੀਰਲੇ ਸਾਹਾਂ ਤੇ ਸੋਚਦਾ ਹੈ ਵੀ ਇਹ ਭੱਜ ਦੌੜ ਕਿਸੇ ਕੰਮ ਆਈ ਹੈ। ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ, ਭਨੀਐ ਸਭ ਮਿਟ ਰਿਹਾ ਹੈ, ਸਭ ਹੱਥੋਂ ਜਾ ਰਿਹਾ ਹੈ। ਇਉਂ ਠੱਗਿਆ ਠੱਗਿਆ ਮਹਿਸੂਸ ਕਰੇਗਾ ਵੀ ਜੋ ਸਦੀਵੀ ਰਹਿਣ ਵਾਲਾ ਪਰਮੇਸ਼ਵਰ ਸੀ, ਹੀਰੇ ਨੂੰ ਛੱਡ ਕੇ ਕੱਚ ਦੇ ਵਪਾਰ ਵਿੱਚ ਹੀ ਲੱਗਾ ਰਹਿ ਗਿਆ ਮੈਂ। ਸੋ ਐਸੇ ਭਰਮ ਦੇ ਵਿੱਚ ਇਹ ਠੱਗਿਆ ਜਾਂਦਾ ਹੈ। ਦਵਿਤੀਏ ਭਾਵ, ਦੂਜਾ ਭਾਏ, ਦੂਜੇ ਦੇ ਪਿਆਰ ਵਿੱਚ ਲੱਗਾ ਰਹਿ ਗਿਆ। ਔਰ ਪਿਆਰ ਕਿਹਦੇ ਨਾਲ ਪਾਇਆ? ਸੰਸਾਰ ਨਾਲ, ਅਕਾਲ ਪੁਰਖ ਤੋਂ ਲਹਿਦਾ। ਜਿਹਦੇ ਨਾਲ ਵੀ ਪਿਆਰ ਪਾਇਆ ਉਹ
नाल टिक नहीं सकिया, नाल निभ नहीं सकिया। जदों वो साथ छड्डदा है जिहदे नाल असीं प्यार करदे हां, महाराज कहंदे फिर समझ आउंदी है ठगे गए असीं, साडे नाल कपट होया है, ठगी वजी है, साडे कुछ भी हथ नहीं आया। गुरु दे शब्द तो बिना बंदा ठगिया जाता है। सो अगे दीन दुनिया दे मालक कहंदे ने, बिन शब्द प्यारे कौन दुतर तारे, माया मोह खुआई। महाराज कहंदे ने गुरु दे शब्द तो बिना ये संसार सागर जिहड़ा दुतर है, दुतर दा भाव है कठिन होवे जिसनू तर के पार करना। ये तैनू कौन तारेगा? माया दे मोह दियां इत्थे छल्लां ने। माया की है? कपट, छल, भुलेवा, धोखा, जो दिखदा है पर हथ नहीं आउंदा। माया की डेफिनेशन गुरु अमरदास जी ने बड़ी सुंदर दिती है बाणी विच। बचन करते ने, यह माया जित हर विसरै, मोह उपजै भाओ दूजा लाया। माया कला पैसों ही नहीं कहा, माया हर उस हस्ती नूं कहा है जो तेरे अते परमात्मा दे दरम्यान दीवार बन जाती है। एक बंदा रोज़ गुरु घर आउंदा सी, घर विच गरीबी सी, दुख बड़ा सी, दलिदर बड़ा सी। अरदास प्रवान हुई, झोलियां भर गईयां, चंगी नौकरी मिल गई, कारोबार चल पिया। हुण गुरु दा दर छड्ड दिता। पुछो क्यों नहीं आउंदे जी? रुझ बड़े गए आ, रुझेवें बड़े ने जीवन विच। ये कारोबार जिहड़ा मंग के लिया गुरु तो, तेरे ते गुरु दरम्यान दूरी बन गया, इनू माया क्या है। एक दा विआह नहीं सी हुंदा, रोज़ नक रगड़दा सी गुरु दे दर ते, चंगे भले घर विआया गया, हुण घर वाली कोल ही बैठा रहिंदा है। पीढ़ी ते चल पई, वेल ते वध गई, गृहस्थ ते प्रफुल्लत हो गया, पर जेदी बख्शिश हुई सी हुण मत्था टेकन नहीं जाया जांदा गुरु घर। ये गृहस्थ भी माया दा रूप हो गया। जो भी तेरे अते गुरु दे दरम्यान कंध बनी है, इनू माया कहा है। चाहे पैसा है, चाहे परिवार है, चाहे कारोबार है। हुण दीन दुनिया दे मालक कहंदे ने, माया दे मोह विच पिया बंदा, मूर्छित होया मोह विच बंदा, इत्थे खुआई तो भाव है खुआर हो रहा है, दुखी दुख पा रहा है। ये जरूरी नहीं हुंदा पैसा आ जावे ते सुख भी नाल आउंदा है। सहूलतां आ जांदियां, चंगी कार लै सकदे हो, चंगी छत पा सकदे हो रहण लई। पर मैं कई बार ध्यान दिंदा है भी उन्ना कुली वाला डिप्रैस्ड नहीं है जिन्ना महिलां विच रहण वाला डिप्रैशन की दवाई खांदा है। इहदा मतलब पैसे नाल कर्म नहीं बदले, सुख नहीं आया, सहूलतां मिल गईयां ने। कर्म चंगा है ते सुख है, कर्म ठीक नहीं ते माया दौलतां शोहरतां भी जीवन विच खेड़ा नहीं लिया सकदियां। असल खुआरी पैसा ना होण करके नहीं है, बुरे कर्मां करके है। कई कुलियां विच रहण वाले महात्मा चेहरे ते बड़ी मुस्कान लैके फिरदे ने, महिलां विच रहण वाले बड़े दुखी आपां तकदे हां। असल प्रफुल्लत तो है, खेड़े विच वो है जिहदे जहन विच परमात्मा टिकिया होया है, जिन्हूं परमात्मा प्राप्त है। दीन दुनिया दे मालक मुक्ति दाते गुरु गोबिंद सिंह पातशाह आनंदपुर खुस गया है। मखमली सेजा नहीं रहीआं, 4 लाल विछड़ गए ने, 4 चों 2 शहीद हो गए सन। अजीत सिंह, जुझार सिंह। गुरु के महल माता सुंदर कौर, माता साहिब कौर पास नहीं, सरसा ते विछोड़ा होया। मुगलिया सल्तनत औरंगजेब नाल टकराव विच इतना नुकसान उठाया, घर बार जांदा रहा।
अज बैठे ने माछीवाड़े कंडियां दी सेज है। वेखो आनंद कैसा है जीवन विच। सब गवा के भी रब नूं कह रहे ने मित्र प्यारे नूं हाल मुरीदां दा कहना। साडी की हालत है? रंचक मात्र नुकसान जीवन विच हो जावे ते आखीदा रब वैरी हो गया। ते गुरु गोबिंद सिंह सब गवा के कंडियां ते बैठे ਜਿਹੜੇ 36 प्रकार ਦੇ ਭੋਜਨ ਛਕਦੇ ਸੀ, ਅੱਕ ਦੀਆਂ ਕਰੁੰਬਲੀਆਂ ਜੰਗਲ ਵਿੱਚ ਖਾ ਕੇ ਵੀ ਰੱਬ ਨੂੰ ਮਿੱਤਰ ਕਹਿ ਰਹੇ ਨੇ। ਇਹ ਨਿਸ਼ਾਨੀ ਹੈ ਖੇੜੇ ਦੀ, ਇਹ ਨਿਸ਼ਾਨੀ ਹੈ ਆਨੰਦ ਦੀ। ਖੈਰ ਗੁਰੂ ਪਰਮੇਸ਼ਵਰ ਦਾ ਸਰੂਪ ਨੇ। ਮੈਂ ਕੇਵਲ ਉਦਾਹਰਣ ਦਿੱਤੀ ਹੈ ਸੁਖ ਕਰਮਾਂ ਦਾ। ਸੁਖੀ ਉਹ ਹੈ ਜਿਹਦੇ ਅੰਦਰ ਪਰਮਾਤਮਾ ਪ੍ਰਗਟ ਹੈ। दुखी वो है जिहदे कोलों रब दूर है, चाहे वह महिलां विच रवे ते जां कुलियां विच रवे। सो महाराज कहंदे ने बिना गुरु दे शब्द नाल प्यार कीते संसार सागर जो माया दियां छालां नाल भरिया है, दुखां दियां छालां नाल भरिया है, तरिया नहीं जाना। खुआर होवेगा, दुखी रवेगा। जे सुख लोड़िंदा है तैनूं ते गुरु दे शब्द नाल प्यार कर, रब दे गीत गाया कर, फिर कंडे दियां सेजां भी मखमली जापणगियां। गुरु दे शब्द तो बिना ना आनंद मिलेगा, ना परमात्मा मिलेगा, ना भवसागर तो ही असीं तर सकते हाँ। गुरु दा शब्द ही तारन वाला है, गुरु दा शब्द ही निजात बख्शण वाला है। गुरु दे शब्द दी जिहड़ी महिमा है ना, कदे बाणी विच पढ़ियो। बड़ियां उदाहरणां महाराज दिंदे ने। बूढ़त कौ जैसे बेड़ी मिलत, बूझत दीपक मिलत तिलत, जलत अग्नि मिलत नीर, जैसे बारक मुख है खीर, जैसे रण में सखा भरात, जैसे भूखे भोजन मात, जैसे किरखें बरस मेघ, जैसे पालन सरन सेंग, गरुड़ मुख नहीं सर्प तरास, सूआ पिंजर नहीं खाए बिलास, जैसो आंडो हृदय माहे, जैसो दानो चकी दराहे, ऐसो सहाई हर को नाम, साध संगत भज पूरन काम। इन्हां नूं समझियो बचनां नूं। हुण डुबदे नूं सब तो वध के सहारा किहदा है? बेड़ी दा। ਹੁਣ ਕੋਈ ਬੰਦਾ ਡੁੱਬ ਰਿਹਾ ਹੈ, ਤੁਸੀਂ ਉਹਨੂੰ ਲਾਲਚ ਦਿਓ ਵੀ ਚੱਲ ਤੈਨੂੰ ਮਾਇਆ ਦੇ ਦਈਏ, ਤਖਤੋ ਤਾਜ ਦੇ ਦਈਏ। ਉਹ ਆਖੇਗਾ ਅੱਗ ਲਾਉਣੀ ਮਾਇਆ ਨੂੰ ਮੈਂ, ਤਖਤਾਂ ਨੂੰ। ਬੇੜੀ ਦਾ ਪ੍ਰਬੰਧ ਕਰ, ਜੇ ਬਚਾ ਸਕਦਾ ਹੈ ਤੇ ਬੇੜੀ ਚੜਾ। ਇਸ ਵੇਲੇ ਜ਼ਰੂਰੀ ਜਹਾਜ਼ ਹੀ ਹੈ। ਡੁੱਬਦੇ ਨੂੰ ਬੇੜੀ ਦਾ ਸਹਾਰਾ ਹੈ। ਦੀਵਾ ਰਿਹਾ ਸੀ ਬੁਝ, ਤੇ ਬੁਝਦੇ ਦੀਵੇ ਦੇ ਇਰਦ ਗਿਰਦ ਤੁਸੀਂ ਹਸਤ ਵੀ ਟਿਕਾ ਲਓ ਵੀ ਹਵਾ ਨਾਲ ਬੁਝ ਨਾ ਜਾਵੇ। ਪਰ ਮੁਸ਼ਕਲ ਇਹ ਹੈ ਵੀ ਤੇਲ ਮੁੱਕ ਰਿਹਾ ਹੈ। ਤੇਲ ਵਰਗਾ ਆਸਰਾ ਹੋਰ ਕੀ ਹੈ ਦੀਵੇ ਲਈ? ਕਹਿੰਦੇ ਕਿਧਰੇ ਬੁਝਦੇ ਦੀਵੇ ਨੂੰ ਤੇਲ ਮਿਲ ਜਾਵੇ ਤੇ ਪ੍ਰਫੁੱਲਤ ਹੋ ਜਾਂਦਾ ਹੈ। ਕਿਤੇ ਘਰ ਨੂੰ ਲੱਗ ਜਾਵੇ ਅੱਗ ਤੇ ਉਧਰੋਂ ਜਲ ਦਾ ਪ੍ਰਬੰਧ ਹੋ ਜਾਵੇ, ਬਾਲਟੀਆਂ ਭਰ ਭਰ ਕੂਏ ਚੋਂ ਪਾਣੀ ਪਾਇਆ ਜਾਵੇ ਤੇ ਘਰ ਦਾ ਮਾਲਕ ਖੇੜੇ ਵਿੱਚ ਆ ਜਾਂਦਾ ਵੀ ਅੱਗ ਬੁਝ ਗਈ ਹੈ। ਬਾਲਕ ਸੀ ਭੁੱਖਾ, ਨਾਨੀਆਂ ਮਾਸੀਆਂ ਚਾਚੀਆਂ ਤਾਈਆਂ ਮੂੰਡ ਪਰੋਸਿਆ, ਬੜਾ ਖਿਡਾਇਆ, ਪਰ ਰੋਣੋਂ ਨਹੀਂ ਹਟਦਾ। ਨਵੇਂ ਨਵੇਂ ਖਿਡੌਣੇ ਲਿਆ ਕੇ ਦਿੱਤੇ, 2-4 ਮਿੰਟ ਤੇ ਵਰਾ ਦਿੰਦੀਆਂ ਨੇ, ਫਿਰ ਰੋਣ ਲੱਗ ਪੈਂਦਾ ਹੈ। ਅਸਲ ਵਿੱਚ ਖੀਰ ਦਾ ਭੁੱਖਾ ਹੈ, ਦੁੱਧ ਦਾ ਭੁੱਖਾ ਹੈ। ਜਦੋਂ ਮਾਂ ਨੇ ਆਂਦਰਾਂ ਨਾਲ ਲਾਇਆ, ਛਾਤੀ ਨਾਲ ਲਾਇਆ ਤੇ ਤਬਸ਼ ਮਿਟ ਗਈ। ਅੱਗੇ ਉਦਾਹਰਣ ਦਿੱਤੀ ਹੈ ਮੈਦਾਨੇ ਜੰਗ ਵਿੱਚ। ਕਿਧਰੇ ਫੱਟੜ ਹੋ ਜਾਵੇ ਨਾ ਭਾਈ, ਤੇ ਯਾਰ ਸਾਥ ਛੱਡ ਜਾਂਦੇ ਨੇ। ਜਿਹੜੇ ਨਾਲ ਭਰਤੀ ਹੋਏ ਹੁਣ ਫੌਜ ਵਿੱਚ, ਉਹ ਵੀ ਸਾਥ ਛੱਡ ਜਾਂਦੇ ਨੇ। ਕਿਧਰੇ ਦੇਵ ਨੇ ਤਾਂ ਐਸੀ ਹੋਵੇ ਵੀ ਭਰਾ ਵੀ ਉੱਥੇ ਹੋਵੇ ਤੇ ਮੋਢਿਆਂ ਤੇ ਚੁੱਕ ਲਵੇਗਾ, ਵੀਰਾ ਜਾਂ ਅੱਜ ਆਪ ਵੀ ਮਿਟਾਂਗਾ ਜਾਂ ਤੈਨੂੰ ਵੀ ਇੱਥੇ ਡਿੱਗਣ ਨਹੀਂ ਦਿੰਦਾ, ਲੈ ਜਾਵਾਂਗਾ। ਮੈਦਾਨੇ ਜੰਗ ਵਿੱਚ ਭਰਾ ਵਰਗਾ ਕੋਈ ਸਹਾਰਾ ਨਹੀਂ। ਅੱਗੇ ਉਦਾਹਰਣ ਦਿੱਤੀ ਹੈ ਜਿਵੇਂ ਭੁੱਖੇ ਨੂੰ
ਭੋਜਨ ਦਾ ਸਹਾਰਾ ਹੈ, ਪਰ ਭੁੱਖ ਨੂੰ ਸਮਝ ਕੇਵਲ ਮਾਂ ਸਕਦੀ ਹੈ। ਭੁੱਖ ਨੂੰ ਮਾਤ ਭੋਜਨ ਹੀ ਪਾਉਂਦਾ ਹੈ, ਪਰ ਇਸ ਭੁੱਖ ਨੂੰ ਮਾਂ ਜਾਣਦੀ ਹੈ। 5-7 ਕਾਕੇ ਹੋਣ ਨਾ, ਤੇ ਜਿੰਨੇ ਆਂਦਰਾਂ 'ਚ ਰੱਖਿਆ ਹੁੰਦਾ 9-10 ਮਹੀਨੇ, ਉਹ ਦੁੱਖ ਸੁੱਖ ਸਮਝਦੀ ਹੈ, ਬਿਨਾਂ ਬੋਲੇ ਬਿਨਾਂ ਦੱਸੇ। ਬੱਚੇ ਬਾਹਰੋਂ ਖੇਡ ਕੇ ਆਉਂਦੇ ਨੇ, ਮਾਂ ਨੂੰ ਪਤਾ ਹੈ ਵੀ ਇਸ ਕਾਕੇ ਨੂੰ ਇੰਨੀ ਕੁ ਭੁੱਖ ਲੱਗਦੀ ਹੈ, ਇਸ ਸਮੇਂ ਭੁੱਖ ਲੱਗਦੀ ਹੈ, ਦੂਜੇ ਕਾਕੇ ਨੂੰ ਇਸ ਸਮੇਂ ਭੁੱਖ ਲੱਗਦੀ ਹੈ। ਮਤਰੇਈ ਮਾਂ ਨਹੀਂ ਸਮਝ ਸਕਦੀ, ਉਥੇ ਮੰਗ ਕੇ ਹੀ ਲੈਣਾ ਪਵੇਗਾ। ਆਪਣੀ ਮਾਂ ਸਭ ਜਾਣਦੀ ਹੈ, ਬਿਨਾਂ ਮੰਗੇ ਹੀ ਸਭ ਦੇ ਦਿੰਦੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਕਿਧਰੇ ਵਰਖਾ ਹੋਵੇ ਹੁੰਦੀ, ਧਰਤੀ ਪ੍ਰਫੁੱਲਤ ਹੋ ਜਾਂਦੀ ਹੈ, ਖੇਤੀ ਆਨੰਦਿਤ ਹੋ ਜਾਂਦੀ ਹੈ। ਉਜੜਦੀ ਖੇਤੀ ਨੂੰ ਵਰਖਾ ਦਾ ਸਹਾਰਾ ਹੈ, ਭੁੱਖੇ ਬਾਲਕ ਨੂੰ ਮਾਂ ਦੇ ਦੁੱਧ ਦਾ ਸਹਾਰਾ ਹੈ। ਮਹਾਰਾਜ ਕਹਿੰਦੇ ਨੇ, ਜੰਗਲ ਵਿੱਚ ਜੇ ਖੇੜਾ ਮੰਨਣਾ ਹੈ ਤੇ ਸ਼ੇਰ ਦੀ ਸ਼ਰਨ ਜਾ, ਕਿਸੇ ਦਾ ਡਰ ਨਹੀਂ, ਗਿੱਦੜ ਦੀ ਸ਼ਰਨ ਜਾਇਆ ਗੱਲ ਨਹੀਂ ਬਣੇਗੀ। ਭਾਵ ਸੂਰਮੇ ਦੀ ਸ਼ਰਨ ਰਹੋ, ਜੇ ਜ਼ਿੰਦਾ ਰਹਿਣਾ ਹੈ ਕਾਇਰ ਦੀ ਸ਼ਰਨ ਜਾਵੇਂਗਾ ਤੇ ਮਿਟ ਜਾਵੇਂਗਾ। ਅੱਗੇ ਇੱਕ ਉਦਾਹਰਣ ਦਿੱਤੀ ਹੈ, ਗਰੁੜ ਮੁਖ ਨਹੀਂ ਸਰਪ ਤਰਾਸ। ਪੁਰਾਣੇ ਸਮੇਂ 'ਚ ਕੀ ਹੁੰਦਾ ਸੀ, ਵਿਦਵਾਨ ਲੋਕਾਂ ਨੂੰ ਇੱਕ ਨਾ ਗਾਰੜੀ ਮੰਤਰ ਆਉਂਦਾ ਸੀ, ਉਹ ਪੜ੍ਹ ਦਿੰਦੇ ਸਨ। ਜਿਹਦੇ ਤੇ ਪੜ੍ਹ ਦੇਣਾ ਉਹਨੂੰ ਫਿਰ ਸਰਪ ਦਾ ਡਰ ਨਾ ਰਹਿਣਾ। ਗਰੁੜ ਦੇ ਮੁਖ ਵੀ ਹੋਈਏ ਤੇ ਸੱਪ ਦਾ ਡਰ ਨਹੀਂ। ਗਰੁੜ ਤੋਂ ਬੜਾ ਡਰਦਾ ਹੈ ਸੱਪ। ਤੁਸੀਂ ਵੇਖਿਆ, ਬਾਜ ਤੋਂ, ਇੱਲਾਂ ਤੋਂ ਵੀ ਸੱਪ ਡਰਦੇ ਨੇ। ਅੱਗੇ ਇੱਕ ਸੂਏ ਦੀ ਉਦਾਹਰਣ ਦਿੱਤੀ ਹੈ, ਕਹਿੰਦੇ ਇੱਕ ਸੀ ਪਿੰਜਰਾ, ਪਿੰਜਰੇ ਵਿੱਚ ਤੋਤਾ ਕੈਦ ਹੈ। ਰੰਚਕ ਮਾਤਰ ਸਮੇਂ ਲਈ ਪਿੰਜਰਾ ਖੋਲ ਦਿਓ, ਤੋਤਾ ਉੱਡਣ ਪਵੇਗਾ, ਇੰਨੇ ਸਮੇਂ ਦੇ ਦਰਮਿਆਨ ਹੀ ਬਿੱਲਾ ਖਾ ਜਾਵੇਗਾ ਉਸ ਨੂੰ। ਉੱਡਣ ਕਿੱਥੇ ਦੇਣਾ ਹੈ ਬਿੱਲੇ ਨੇ? ਓਨੇ ਦਿਨ ਜ਼ਿੰਦਾ ਹੈ ਤੋਤਾ ਜਿੰਨੇ ਦਿਨ ਪਿੰਜਰੇ ਵਿੱਚ ਕੈਦ ਹੈ। ਇਹਨੂੰ ਸਮਝ, ਓਨੇ ਦਿਨ ਤੇਰੀ ਜੈ ਜੈਕਾਰ ਹੈ, ਤੇਰੇ ਜੀਵਨ 'ਚ ਆਨੰਦ ਹੈ, ਜਿੰਨਾ ਚਿਰ ਗੁਰੂ ਮਰਿਆਦਾ ਵਿੱਚ ਸ਼ਬਦ ਦੇ ਪਿੰਜਰੇ ਵਿੱਚ ਕੈਦ ਹੈ। ਆਖਣ ਲੱਗੇ, ਜਿੰਨਾ ਚਿਰ ਆਂਡਾ ਹਿਰਦੇ ਵਿੱਚ ਸੀ, ਕੁਕੜੀ ਦੇ ਢਿੱਡ ਵਿੱਚ ਸੀ, ਬਚਿਆ ਰਿਹਾ, ਬਾਹਰ ਆਉਂਦਿਆਂ ਹੀ ਕੋਈ ਆਮਲੇਟ ਬਣਾ ਕੇ ਖਾ ਗਿਆ। ਪੁਰਾਣੀਆਂ ਮਾਈਆਂ ਨਾ ਚੱਕੀ ਵਿੱਚ ਆਟਾ ਪੀਂਦੀਆਂ ਸਨ, ਤੇ ਜਦੋਂ ਪੁੜਾਂ ਵਿੱਚ ਕਣਕ ਸੁੱਟਣੀ ਤੇ ਚੱਕੀ ਨੂੰ ਗੇੜਾ ਦੇਣਾ, ਜਿਹੜੇ ਦਾਣੇ ਕਿੱਲੀ ਨਾਲ ਲੱਗ ਜਾਣੇ ਉਹ ਬਚ ਜਾਣੇ ਤੇ ਦੂਜੇ ਪੀਸੇ ਜਾਣੇ। ਗੁਰੂ ਦਾ ਸ਼ਬਦ ਉਸ ਚੱਕੀ ਦੇ ਕਿੱਲੇ ਵਰਗਾ ਹੈ, ਜਿਹੜਾ ਤੈਨੂੰ ਦੁੱਖ ਨਹੀਂ ਲੱਗਣ ਦਵੇਗਾ। ਜੇ ਸ਼ਬਦ ਤੋਂ ਮਾੜਾ ਜਿਹਾ ਪਰਾਂ ਹਟਿਆ ਤੇ ਦੁੱਖਾਂ ਦੇ ਪੁੜ ਵਿੱਚ ਪੀਸਿਆ ਜਾਵੇਂਗਾ ਤੂੰ। ਇਹ ਨਾਮ ਸਹਾਇਤਾ ਐਸੀ ਕਰਦਾ ਹੈ, ਜਿਵੇਂ ਡੁੱਬਦੇ ਨੂੰ ਬੇੜੀ ਦਾ ਸਹਾਰਾ ਹੈ, ਜਿਵੇਂ ਮੈਦਾਨੇ ਜੰਗ ਵਿੱਚ ਸਖੇ ਭਾਈ ਦਾ ਸਹਾਰਾ ਹੈ, ਜਿਵੇਂ ਲੱਗੀ ਅੱਗ ਤੇ ਪਾਣੀ ਦਾ ਸਹਾਰਾ ਹੈ, ਜਿਵੇਂ ਭੁੱਖੇ ਨੂੰ ਮਾਂ ਦੇ ਦੁੱਧ ਦਾ ਸਹਾਰਾ ਹੈ, ਜਿਵੇਂ ਬੁਝਦੇ ਦੀਵੇ ਨੂੰ ਤੇਲ ਦਾ ਸਹਾਰਾ ਏ, ਜਿਵੇਂ ਸੱਪ ਨਾਲ ਡੰਗੇ ਨੂੰ ਗਾਰੁੜ ਮੰਤਰ ਦਾ ਸਹਾਰਾ ਏ। ਪਿੰਜਰੇ ਦਾ ਸਹਾਰਾ ਤੋਤੇ ਨੂੰ ਹੈ ਸਿਖਾ, ਜਿਵੇਂ ਆਂਡਾ ਕੁਕੜੀ ਦੇ ਪੇਟ ਵਿੱਚ ਹਿਫਾਜ਼ਤ ਸਹਿਤ ਹੈ, ਜਿਵੇਂ ਕਿੱਲੀ ਨਾਲ ਦਾਣੇ ਬਚ ਗਏ। ਜੇ ਬਚਣਾ ਹੈ ਦੁੱਖਾਂ ਦੇ ਪੁੜ ਤੋਂ ਤੇ ਸਹਾਰਾ ਨਾਮ ਦਾ ਲੈ, ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੈ। ਗੁਰੂ ਅਰਜਨ ਸਾਹਿਬ ਕਹਿੰਦੇ, ਨਾਮ ਐਸੀ ਸਹਾਇਤਾ ਕਰਨ ਵਾਲਾ ਹੈ, ਇਹੋ ਜਗ ਸਾਗਰ ਦੁੱਤਰ ਕਿਉਂ ਤਰੀਐ, ਬਿਨ ਹਰ ਗੁਰ ਪਾਰ ਨਾ ਪਾਈ। ਬਿਨਾਂ ਗੁਰੂ ਦੇ ਸ਼ਬਦ ਦੇ ਜਹਾਜ਼ ਤੋਂ ਸੰਸਾਰ ਸਾਗਰ ਨਹੀਂ ਤਰਿਆ ਜਾਣਾ। ਸ਼ਬਦ ਤੋਂ ਬਿਨਾਂ ਕਲਯੁਗ ਵਿੱਚ ਕੋਈ ਸਹਾਰਾ ਨਹੀਂ ਹੈ। ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ, ਕਹੋ ਨਾਨਕ ਬੇਅੰਤ ਬੇਅੰਤ ਧਿਆਇਆ, ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ। ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ। ਗੁਰੂ ਦਾ ਸ਼ਬਦ, ਅਕਾਲ ਪੁਰਖ ਦਾ ਜੋ ਨਾਮ ਹੈ, ਇਹੀ ਭਵਸਾਗਰ ਤੋਂ ਤਾਰਨ ਵਾਲਾ ਜਹਾਜ਼ ਹੈ। ਇਹੀ ਆਵਾਗਮਨ ਤੇਰਾ ਕੱਟ ਦਵੇਗਾ, ਪੈਂਡਾ 84 ਲੱਖ ਜੂਨਾਂ ਦਾ ਨਿਬੇੜ ਦਵੇਗਾ।
ਅੱਗੇ ਮਹਾਰਾਜ ਕਹਿੰਦੇ ਨੇ ਕੂੜ ਵਿਗੁੱਤੀ ਤਾਂ ਪਿਰ ਮੁੱਤੀ, ਸਾ ਧਨ ਮਹਿਲ ਨਾ ਪਾਈ। ਕੂੜ ਲਫ਼ਜ਼ ਆਉਂਦਾ ਹੈ ਝੂਠ ਦੇ ਲਈ, ਕੁਫਰ ਦੇ ਲਈ। ਮਹਾਰਾਜ ਕਹਿੰਦੇ ਨੇ ਜਿਹੜੀ ਜਗਿਆਸੂ ਇਸਤਰੀ ਕੂੜ ਵਿੱਚ ਲੱਗੀ ਰਹਿੰਦੀ ਹੈ, ਕੂੜ ਵਿੱਚ ਖੁਭੀ ਰਹਿੰਦੀ ਹੈ। ਵਿਗੁੱਤੀ ਦਾ ਜਿਹੜਾ ਭਾਵ ਹੈ ਸਿੱਖਾ, ਮਤਲਬ ਹੁੰਦਾ ਬਰਬਾਦ ਹੋ ਜਾਣਾ, ਨਸ਼ਟ ਹੋ ਜਾਣਾ। ਵਿਗਤ ਨਸ਼ਟ ਹੋਇਆ। ਕਹਿੰਦੇ ਕੂੜ ਦੇ ਵਿੱਚ, ਝੂਠ ਦੇ ਵਿੱਚ, ਕੁਫਰ ਦੇ ਵਿੱਚ ਬੰਦਾ ਮਸਤ ਰਹਿੰਦਾ ਹੈ। ਫਿਰ ਹੋਇਆ ਕੀ? ਪਿਰ ਮੁੱਤੀ। ਪਿਰ ਖਸਮ ਨੂੰ ਕਿਹਾ, ਅਕਾਲ ਪੁਰਖ ਨੂੰ ਕਿਹਾ। ਮੁੱਤੀ ਦਾ ਮਤਲਬ ਹੈ ਛੁੱਟ ਜਾਣਾ। ਜਿਹੜਾ ਕੂੜ ਬੋਲੇਗਾ ਉਹਦੇ ਸਿਰ ਦਾ ਸਾਈਂ, ਉਹਦੇ ਤੋਂ ਅਕਾਲ ਪੁਰਖ ਦੂਰ ਹੋਵੇਗਾ। ਕੂੜੇ ਦੇ ਜ਼ਿਹਨ ਵਿੱਚ ਪਰਮਾਤਮਾ ਟਿਕਿਆ ਨਹੀਂ ਰਹਿੰਦਾ। ਝੂਠ ਬੋਲਣ ਵਾਲਾ ਬੰਦਾ ਖਸਮ ਅਕਾਲ ਪੁਰਖ ਨੂੰ ਗਵਾ ਬਹਿੰਦਾ ਹੈ। ਉਹ ਉਸ ਛੁੱਟੜ ਜਨਾਨੀ ਵਰਗਾ ਹੋ ਜਾਂਦਾ ਜਿਹਦਾ ਖਸਮ ਛੱਡ ਕੇ ਤੁਰ ਜਾਵੇ। ਅੱਗੇ ਮਹਾਰਾਜ ਕਹਿੰਦੇ ਨੇ ਸਾ ਧਨ ਮਹਿਲ ਨਾ ਪਾਈ। ਜਦੋਂ ਅਕਾਲ ਪੁਰਖ ਹੀ ਦੂਰ ਹੋ ਗਿਆ ਤੇ ਫਿਰ ਉਹਦੇ ਮਹਿਲ ਕਿੱਥੋਂ ਨਸੀਬ ਹੋਣ, ਉਹਦੇ ਚਰਨ ਕਿੱਥੋਂ ਨਸੀਬ ਹੋਣ। ਬਾਣੀ ਚਾਹੁੰਦਾ ਹੈ ਨਾ, ਸੱਚੈ ਦੈ ਦੀ ਬਾਣ ਕੂੜ ਨਾ ਜਾਈਐ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ, ਸੱਚੈ ਸ਼ਬਦ ਨਿਸ਼ਾਨ ਠਾਕ ਨਾ ਪਾਈਐ, ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ। ਝੂਠਾ ਬੰਦਾ ਕਦੇ ਵੀ ਮਹਿਲ ਦੀ ਪ੍ਰਾਪਤੀ ਨਹੀਂ ਕਰ ਸਕਦਾ। ਅਰਬੀ ਦਾ ਲਫ਼ਜ਼ ਹੈ ਮਹੱਲ, ਹਲੂਲ ਦੀ ਜਗ੍ਹਾ। ਪਰਮਾਤਮਾ ਦੇ ਚਰਨ, ਪਰਮਾਤਮਾ ਦਾ ਸੱਚਖੰਡ। ਸੱਚਾ ਬੰਦਾ ਹੀ ਸੱਚ ਤੱਕ ਪਹੁੰਚਿਆ ਹੈ, ਪਰਮਾਤਮਾ ਤੱਕ ਪਹੁੰਚਿਆ ਹੈ। ਕੂੜ ਬੋਲਣ ਵਾਲਾ ਕਦੇ ਉੱਥੇ ਪਹੁੰਚ ਨਹੀਂ ਸਕਦਾ। ਕਹਿੰਦੇ ਜਿਹੜਾ ਸਫ਼ਰ ਮੜੀਆਂ ਤੋਂ ਅੱਗੇ ਦਾ ਹੈ ਨਾ, ਉੱਥੇ ਸੱਚ ਦਾ ਨਿਸ਼ਾਨ ਹੀ ਚੱਲਦਾ ਹੈ। ਜਿਵੇਂ ਕਿਸੇ ਤਕੜੇ ਮੰਤਰੀ ਦਾ ਕਾਰਡ ਹੋਵੇ ਤੇ ਤੁਸੀਂ ਕਿਸੇ ਨਾਕੇ ਤੇ ਵਿਖਾ ਦਿਓ ਸਿਕਿਉਰਿਟੀ ਨੂੰ, ਤੇ ਉਹ ਕਹਿੰਦੇ ਜਾ ਭਾਈ ਤੂੰ ਰਾਜੇ ਦਾ ਬੰਦਾ ਹੈ, ਰੋਹਬ ਹੈ ਉਹਦੇ ਨਾਮ ਵਿੱਚ। ਇੱਦਾਂ ਸੱਚ ਵਾਲੇ ਦਾ ਹੀ ਰੋਹਬ ਹੈ। ਸੱਚ ਵਾਲਾ ਨਿਸ਼ਾਨ ਹੀ ਦਰਗਾਹ ਤੱਕ ਲੈ ਕੇ ਜਾਂਦਾ ਹੈ। ਕੂੜੇ ਬੰਦੇ ਨੂੰ ਉੱਥੇ ਕੋਈ ਨਹੀਂ ਪੁੱਛਦਾ। ਅੱਗੇ ਕਹਿੰਦੇ ਨੇ ਗੁਰ ਸ਼ਬਦੇ ਰਾਤੀ ਸਹਜੇ ਮਾਤੀ, ਅਨ ਦਿਨ ਰਹੈ ਸਮਾਏ। ਗੁਰੂ ਦੇ ਸ਼ਬਦ ਵਿੱਚ ਰਾਤੀ, ਰਾਤੀ ਦਾ ਭਾਵ ਹੈ ਪ੍ਰੇਮ ਵਿੱਚ ਮਗਨ ਹੋਣਾ। ਰਤ ਪ੍ਰੇਮ ਨੂੰ ਕਹਿੰਦੇ ਨੇ ਨਾ। ਜਿਹਨੇ ਗੁਰੂ ਦੇ ਸ਼ਬਦ ਨਾਲ ਪ੍ਰੇਮ ਕੀਤਾ ਹੈ। ਆਖਣ ਲੱਗੇ ਸਹਜੇ ਮਾਤੀ। ਸਹਿਜ ਦਾ ਮਤਲਬ ਸੁਭਾਵਿਕ ਵੀ ਹੈ, ਸਹਿਜ ਦਾ ਮਤਲਬ ਗਿਆਨ ਵੀ ਹੈ, ਸ਼ਾਂਤੀ ਵੀ ਹੈ। ਜਿਹਨੇ ਗੁਰੂ ਦੇ ਸ਼ਬਦ ਨਾਲ ਪ੍ਰੇਮ ਕੀਤਾ ਹੈ ਉਹਨੂੰ ਸਹਿਜ ਗਿਆਨ ਪ੍ਰਾਪਤ ਹੋਇਆ, ਉਸ ਨੂੰ ਸ਼ਾਂਤੀ ਪ੍ਰਾਪਤ ਹੋਈ, ਉਹਦਾ ਮਨ ਟਿਕ ਗਿਆ। ਅੱਗੇ ਮਹਾਰਾਜ ਕਹਿੰਦੇ ਨੇ ਅਨ ਦਿਨ ਰਹੈ ਸਮਾਏ। ਗੁਰੂ ਦੇ ਸ਼ਬਦ ਨਾਲ ਪ੍ਰੇਮ ਕੀਤਿਆਂ ਐਸੀ ਲਗਨ ਪੈਦਾ ਹੋ ਗਈ ਪਰਮਾਤਮਾ ਦੇ ਨਾਲ, ਜਿਹੜਾ ਕਦੇ ਮਨ ਟਿਕਦਾ ਨਹੀਂ ਸੀ ਸਹਿਜ ਦੇ ਨਾਲ, ਉਹ ਦਿਨ ਰਾਤ ਅਕਾਲ ਪੁਰਖ ਦੇ ਗੀਤ ਗਾਈ ਜਾਂਦਾ ਹੈ। ਗੁਰੂ ਉਹ ਹਸਤੀ ਹੈ ਜਿਹੜੀ ਸਾਨੂੰ ਜ਼ੋਹਰੀ ਦੀ ਨਿਆਈ ਹੀਰੇ ਦੀ ਕਦਰਦਾਨੀ ਸਿਖਾਉਂਦੀ ਹੈ। ਪਰਮੇਸ਼ਰ ਦੀ ਹਸਤੀ ਸਾਡੇ ਸਾਹਮਣੇ ਪ੍ਰਗਟ ਕਰਕੇ ਪਰਮੇਸ਼ਰ ਦਾ ਪ੍ਰੇਮ ਸਾਡੇ ਅੰਦਰ ਟਿਕਾ ਦਿੰਦੇ ਨੇ ਪਾਤਸ਼ਾਹ। ਸੋ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਉਹ ਨਾਮ ਵਿੱਚ ਮਸਤ ਹੋ ਗਏ ਜਿਨ੍ਹਾਂ ਗੁਰੂ ਦੇ ਸ਼ਬਦ ਨਾਲ ਪ੍ਰੇਮ ਕੀਤਾ ਹੈ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹੇ ਸਮਾਏ। ਗੁਰੂ ਦੇ ਸ਼ਬਦ ਨਾਲ ਹੀ ਸੋਝੀ ਆਉਂਦੀ ਹੈ, ਪਰਮਾਤਮਾ ਵਿੱਚ ਸਮਾ ਜਾਈਦਾ ਹੈ। ਸਤਿਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁੱਖ,
ਜਾਏ ਤੇ ਜਿਹੜਾ ਫਿਰ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਉਹਦਾ ਜੰਮਣ ਤੇ ਮਰਨ ਮਿਟ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਨਾਨਕ ਕਾਮਣ ਸਦਾ ਰੰਗ ਰਾਤੀ, ਹਰ ਜੀਓ ਆਪ ਮਿਲਾਏ। ਕਾਮਣ ਕਾਮਨੀ ਨੂੰ ਕਹਿੰਦੇ ਨੇ। ਕੰਮ ਦਾ ਮਤਲਬ ਹੁੰਦਾ ਇੱਛਾ। ਇੱਥੇ ਕਾਮਣ ਲਫ਼ਜ਼ ਇਸਤਰੀ ਲਈ ਆਇਆ ਹੈ, ਤ੍ਰੀਮਤ ਲਈ ਆਇਆ ਹੈ। ਹੁਣ ਇੱਕ ਲਫ਼ਜ਼ ਆਉਂਦਾ ਹੈ ਕਾਰਮਣ। ਕਾਰਮਣ ਦਾ ਮਤਲਬ ਹੁੰਦਾ ਹੈ ਵਿਆਹੁਤਾ ਜਨਾਨੀਆਂ ਨਾ ਜਾਦੂ ਟੂਣੇ ਕਰਿਆ ਕਰਦੀਆਂ ਸਨ ਵੀ ਪਤੀ ਵਸ ਵਿੱਚ ਆ ਜਾਵੇ। ਹੁਣ ਇਸ ਕਰਕੇ ਵੀ ਇਹ ਕਾਮਣ ਨਾਮ ਪ੍ਰਚਲਿਤ ਹੋਇਆ ਹੈ। ਬਾਣੀ ਕਹਿੰਦੀ ਜੇ ਟੂਣਾ ਕਰਨਾ ਹੈ ਤੇ ਗੁਣਾਂ ਦਾ ਕਰ, ਸਤ ਸੰਤੋਖ ਦਇਆ ਧਰਮ ਗੁਣ ਧਾਰ, ਫਿਰ ਪਤੀ ਪਰਮੇਸ਼ਰ ਵਸ ਆ ਜਾਵੇਗਾ। ਗੁਣ ਕਾਮਣ, ਕਾਮਣ ਕਰੈ। ਜੇ ਗੁਣਾਂ ਦਾ ਟੂਣਾ ਕਰੇਗੀ ਜਗਿਆਸੂ ਇਸਤਰੀ ਤੇ ਪਰਮਾਤਮਾ ਰੂਪੀ ਪਤੀ ਸਦਾ ਹੀ ਵਸ ਵਿੱਚ ਰਵੇਗਾ। ਗੁਣ ਕਿਹੜੇ? ਟੂਣਾ ਕਿਹੜਾ? ਸੱਚ ਬੋਲਣਾ ਹੈ, ਸੰਤੋਖ ਵਿੱਚ ਰਹਿਣਾ ਹੈ, ਕਿਸੇ ਦਾ ਹੱਕ ਨਹੀਂ ਮਾਰਨਾ, ਮੁਰਦਾਰ ਨਹੀਂ ਖਾਣਾ। ਜੋ ਪਰਮੇਸ਼ਵਰ ਨੇ ਬਖਸ਼ਿਆ ਉਹਦੇ 'ਚ ਖੁਸ਼ ਰਹੋ, ਸ਼ੁਕਰੀਆ ਅਦਾ ਕਰੋ, ਉਹਦਾ ਝੋਲੀਆਂ ਭਰ ਛੱਡੇਗਾ। ਲਾਮਾ ਨਾ ਦਿਆ ਕਰੋ। ਦਇਆ ਕਰਨੀ ਹੈ ਗਰੀਬ ਗੁਰਬੇ ਤੇ, ਧਰਮ ਵਿੱਚ ਪਰਪੱਕ ਰਹਿਣਾ ਹੈ ਤੇ ਖਿਮਾ ਦਾ ਸੁਭਾਅ ਬਣਾਉਣਾ ਹੈ। ਬਖਸ਼ ਦਿਓ ਜੇ ਕੋਈ ਗਲਤੀ ਕਰਦਾ ਹੈ ਤੇ। ਸੋ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਜਿਹੜੀ ਜਗਿਆਸੂ ਰੂਪ ਇਸਤਰੀ ਕਾਮਣ ਪਤੀ ਪਰਮੇਸ਼ਰ ਦੇ ਰੰਗ ਵਿੱਚ, ਪ੍ਰੇਮ ਵਿੱਚ ਰੰਗੀ ਰਹਿੰਦੀ ਹੈ। ਹਰ ਜੀਓ ਆਪ ਮਿਲਾਏ, ਪਰਮਾਤਮਾ ਉਹਨੂੰ ਆਪ ਹੀ ਆਪਣੇ ਵਿੱਚ ਮਿਲਾ ਲੈਂਦਾ ਹੈ। ਆਪਾਂ ਵੀ ਤੇ ਉਹਦੇ ਕੋਲ ਹੀ ਬਹਿਨੇ ਆ ਨਾ ਜਿਹੜਾ ਆਪਣੇ ਨਾਲ ਪ੍ਰੇਮ ਕਰਦਾ ਹੈ। ਜਿਹੜਾ ਨਫ਼ਰਤ ਕਰੇ ਉਹਨੂੰ ਨੇੜੇ ਕਿਉਂ ਲਾਉਣਾ ਹੈ? ਪਰਮਾਤਮਾ ਦਾ ਵੀ ਇੱਦਾਂ ਦਾ ਸੁਭਾਅ ਹੈ। ਜਿਹੜਾ ਉਹਦੇ ਗੀਤ ਗਾਵੇਗਾ ਉਹਨੂੰ ਆਪਣੇ 'ਚੋਂ ਭੇਦਤਾ ਬਖਸ਼ੇਗਾ, ਜਿਹੜਾ ਉਹਨੂੰ ਯਾਦ ਨਹੀਂ ਕਰਦਾ ਫਿਰ ਉਹਦੀ ਦੂਰੀ ਬਣੀ ਰਹਿੰਦੀ ਹੈ। ਮਹਾਰਾਜ ਕਹਿੰਦੇ ਨੇ, ਸੁਰਤ ਹੋਵੈ ਪਤ ਊਗਵੈ, ਗੁਰ ਬਚਨੀ ਭਉ ਖਾਏ, ਨਾਨਕ ਸੱਚਾ ਪਾਤ ਸਹੁ ਆਪੇ ਲਏ ਮਿਲਾਏ। ਪਰਮਾਤਮਾ ਆਪ ਹੀ ਮਿਲਾ ਸਕਦਾ ਹੈ। ਜਿਹਨੂੰ ਮਿਲਾਉਣਾ ਹੈ ਉੱਥੇ ਜ਼ੋਰ ਨਹੀਂ ਚੱਲਦਾ, ਤਰਲਾ ਚੱਲਦਾ ਹੈ, ਅਰਦਾਸ ਚੱਲਦੀ ਹੈ। ਉਹ ਪ੍ਰੇਮ ਦੀ ਪਰਿਭਾਸ਼ਾ ਸਮਝਦਾ ਹੈ, ਹੋਰ ਕੋਈ ਭਾਸ਼ਾ ਉਹਦੀ ਸਮਝ ਵਿੱਚ ਨਹੀਂ ਹੈ। ਮਹਾਰਾਜ ਦੀਨ ਦੁਨੀਆ ਦੇ ਮਾਲਕ ਅੱਗੇ ਹੁਕਮ ਕਰਦੇ ਨੇ, ਤਾਂ ਮਿਲਿਐ ਹਰ ਮੇਲੇ ਜੀਓ, ਹਰ ਬਿਨ ਕਵਣ ਮਿਲਾਏ। ਹਰ ਹਰਿਆਂ ਭਰਿਆਂ ਕਰਨ ਵਾਲੇ ਪਰਮਾਤਮਾ ਲਈ ਆਉਂਦਾ ਹੈ। ਹਰੀਵ ਧਾਤੂ ਤੋਂ ਬਣਿਆ ਹੈ। ਹਰੀਵ ਦਾ ਮਤਲਬ ਹਰ ਲੈਣਾ। ਸਾਡੇ ਦੁੱਖ ਹਰ ਲੈਂਦਾ, ਖਾ ਜਾਂਦਾ ਹੈ, ਸੁੱਖ ਬਖਸ਼ ਦਿੰਦਾ ਹੈ। ਸਾਡੇ ਪਾਪ ਹਰ ਲੈਂਦਾ ਹੈ, ਰੋਗ ਸੋਗ ਹਰ ਲੈਂਦਾ ਹੈ ਪਰਮੇਸ਼ਵਰ। ਜੇ ਸਨਾਤਨ ਮਤ ਵਿੱਚ ਜਾਓ ਤੇ ਸੰਸਕ੍ਰਿਤ ਦੇ ਵਿੱਚ ਇਹਦੇ ਕਈ ਅਰਥ ਨੇ। ਵਿਸ਼ਨੂੰ ਨੂੰ ਵੀ ਹਰ ਕਹਿ ਦਿੰਦੇ ਨੇ, ਸ਼੍ਰੀ ਕ੍ਰਿਸ਼ਨ ਨੂੰ ਵੀ ਕਹਿ ਦਿੰਦੇ ਨੇ, ਇੰਦਰ ਦੇਵ ਨੂੰ ਵੀ ਕਹਿ ਦਿੰਦੇ ਨੇ। ਸੋ ਇਹ ਕਈ ਅਰਥ ਇਹਦੇ ਨਿਕਲਦੇ ਨੇ। ਮਹਾਰਾਜ ਕਹਿੰਦੇ ਨੇ, 184 ਤਰਸਦੇ, ਜਿਸ ਮੇਲੇ ਸੋ ਮਿਲੈ ਹਰ ਆਏ, ਨਾਨਕ ਗੁਰਮੁਖ ਹਰ ਪਾਇਆ, ਸਦਾ ਹਰ ਨਾਮ ਸਮਾਏ। ਕਹਿੰਦੇ ਪਰਮਾਤਮਾ ਜਿਹੜਾ ਹੈ ਨਾ, ਜਿਹਨੂੰ ਆਪ ਮਿਲਾਉਣਾ ਚਾਹਵੇ ਉਹੀ ਉਹਦੇ ਨਾਲ ਮਿਲ ਸਕਦਾ ਹੈ, ਦੂਜਾ ਨਹੀਂ ਉੱਥੇ ਪਹੁੰਚ ਸਕਦਾ। ਅਰਦਾਸ ਕਰੋ, ਉਹਨੂੰ ਦਇਆ ਆ ਜਾਵੇ ਤੇ ਉਹ ਨਾਲ ਮਿਲਾ ਲੈਂਦਾ ਹੈ। ਔਰ ਉਹਦੇ ਗੀਤ ਗਾਓ, ਆਵਾਜ਼ਾਂ ਦਿਓ ਤੇ ਉਹ ਤੁਹਾਨੂੰ ਮਿਲਾ ਲਵੇਗਾ। ਤੇ ਗੀਤ ਗਾਉਣੇ, ਆਵਾਜ਼ਾਂ ਦੇਣੀਆਂ, ਨਾਮ ਜਪਣਾ, ਇਹ ਗੁਰੂ ਦਾ ਸ਼ਬਦ ਲੈ ਕੇ ਕੀਤਾ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਬਿਨ ਗੁਰ ਪ੍ਰੀਤਮ ਆਪਣੇ ਜੀਓ, ਕੌਣ ਭਰਮ ਚੁਕਾਏ। ਬਿਨਾ ਗੁਰੂ ਪਰਮੇਸ਼ਰ ਤੋਂ, ਜੋ ਬੜਾ ਪ੍ਰਿਯਤਮ ਹੈ, ਸਾਡੇ ਨਾਲ ਬੜਾ ਪਿਆਰ ਕਰਨ ਵਾਲਾ ਹੈ,
साडे रोग सोग हरन वाला है। होर कौन है जिहड़ा भरम मिटा दवे? भरम की हुंदा है? घुम्मण घेरी। जो असीं 84 ਲੱਖ जूना की घुम्मण घेरी विच पए हैं, ये गुरु मुक्ति दे सकदा है। भरम की है? भुलेखा। माया नूं सत जानना, अकाल पुरख नूं असत जानना, ये वड्डा भुलेखा है। असल विच सत परमात्मा है, माया असत है, क्योंकि सदा साडे कोल रहिंदी नहीं है। ये जिहड़ा सत असत दा भुलेखा है, ये गुरु ही मिटा सकदा है। बिना प्यारे प्रियतम गुरां तो ये भरम मिट नहीं सकदा। सच असत दी सानू समझ नहीं पै सकदी। सो सतगुर धन धन, जिन भरम गढ़ तोड़िया। ये जिहड़ा आवागमन दा चक्कर है, ये जिहड़ा मोह माया दा चक्कर है, ये जिहड़ा भरम भुलेवा है जिंदगी दे विच, ये बड़ा मजबूत किला है। इनू गुरु परमेश्वर ही तोड़ते ने। सो सतगुर वाहो वाहो, जिन हर स्यों जोड़िया। वाह आश्चर्य रूप ने वो सतगुरु, जिन्हां सानू अकाल पुरख दे नाल जोड़ना कीता है। अगे महाराज कहिंदे ने, गुर भरम चुकाए इउं मिलिए माए, ता सा धन सुख पाए। गुरु पातशाह ने भरम मिटा दिते। गुरु पातशाह ने भुलेखे जीवन चों कढ दिते। घुम्मण घेरी खत्म कर दिती जीवन चों। सच ते झूठ दी समझ आ गई। किहड़ा कदम साडे लई फायदेमंद है, किहड़ा नुकसानदायक है, ये गुरु दी बख्शिश नाल समझ विच टिक गया। महाराज पातशाह कहंदे, भरम गुरु दी किरपा नाल दूर होए ने। प्यारे प्रीतम गुरां ने भरम साडे मिटा दिते ने। देखो एक शायर दे बोल ने, वो कहंदा, आज फिर जो मुर्शीद को याद किया, यूं लगा जैसे दिल के आईने को साफ किया। जदों कहंदा मुर्शद नूं याद करिए ते जीवन दा आईना साफ हो जाता है। सब साफ नजरी आउण लग पैंदा है। सब भरम भुलेखे मिट जाते ने। बाणी कहंदी है ना, भरम गया गुर पिर संग मेरी। मेरे पति परमेश्वर गुरु दी किरपा दे नाल ही मेरे जीवन चों भरम मिटे ने। और जदों भरम मिट गए, गुरु अमरदास पातशाह कहंदे ने, सा धन सुख पाए। धन दा मतलब जीव रूपी इस्त्री। फिर वो सुख माणदी है। मिट है कलेश सुखी होए रही है। ऐसा दाता सतगुर कही है। गुरु ऐसा दाता है, जीवन चों कलेश मिटा दिंदा है, पति परमेश्वर की प्राप्ति करवा दिंदा। फिर जीवन च सदा सुख ही सुख ने। एक इंग्लिश का टीकाकार कहंदा है, वन कम्स टू डवैल इन पीस। जिहदे ते गुरु की कृपा हो गई, उहदे जीवन विच सदा ही सुख है, सदा ही शांति है। अगे महाराज कहंदे ने, गुर सेवा बिना घोर अंधार, बिन गुर मग ना पाए। हुण सेवा दे अर्थ भी दो ने। एक है खिदमत करनी, टहल करनी। जिवें तुसीं गुरु घर आके झाड़ू फेरदे हो, चौर साहब की सेवा करदे हो, भांडे मांजदे हो। एक है उपासना करनी, बंदगी करनी, इबादत करनी। कहंदे बिना गुरु दी उपासना कीतियां, बिना गुरु दी सेवा कीतियां जीवन दे विच घोर अंधार रहिंदा है। घोर दा मतलब हुंदा बहुता संघना, बहुता डराउणा। अंधार हनेरे नूं कहंदे ने। हनेरा काहदा है जीवन विच? पापां दा। हनेरा काहदा है? दुखां दा। हनेरा काहदा है? सोगां दा। हनेरा काहदा है? काम क्रोध लोभ मोह हंकार दा। महाराज कहंदे ने, गुरु दा शब्द ही चिराग है, जो मग दर्शाउंदा है। बिना गुरु तो मग ना पाए, रस्ते दी प्राप्ति नहीं हो सकती। किहड़ा रस्ता? अकाल पुरख दी प्राप्ति दा, सुखां दा रस्ता, आनंद दा रस्ता।
ये गुरु अंगद साहब की शान विच गुरु अमरदास पातशाह कहिंदे ने। भाई साहब भाई नंद लाल ने गंजनामे विच गुरु अंगद साहब की वडियाई करदियां ये फारसी दे बोल लिखे। हजूरी कवि गुरु गोबिंद सिंह, सिरमौर 52 चों एक कवि भाई नंद लाल लिखते ने, गुरु अंगद आ मुर्शिदुल आलमीन रे फजले अहद रहमतुल मुजनबी। ऐ गुरु अंगद साहब, ऐ दीन दुनिया दे मालक, तुसीं संसारियां दे मुर्शिद हो, तुसीं गुरु हो। फजले दा मतलब है किरपा करनी, तुसीं हर एक ते किरपा करन वाले हो, मिहर करन वाले हो, पाप मिटाउण वाले हो और परमात्मा दी प्राप्ति बख्शण वाले हो। ऐसे गुरु अंगद साहब ने। बाणी कहती बिन सतगुर को मग ना जाणै, अंधे ठौर ना काई, हर सुख दाता मन नहीं वसिया, अंत गया पछुताई। जिन्ना गुरु नाल प्रेम ना पाया, प्रीति ना कीती, जिन्ना गुरु दा शब्द ना कमाया, उन्हां नूं परमात्मा दी प्राप्ति दा रस्ता ना मिलिया, उन्हां दे जीवन विच सुख ना आया, दुखा ने ही उन्हां दा खुरा खोज मिटा दिता। अगे कहंदे ने, कामण रंग राती सहजे माती, गुर कै शब्द विचारे। कामण जो कामनी है, जग्यासू रूप इस्तरी है। रंग दा मतलब है प्रेम, राती दा मतलब है समा गई, राती दा मतलब है मगन हो गई। जेड़ी जग्यासू रूप इस्तरी गुरु दे शब्द दी विचार विच अपना मन टिका लैंदी है, मन जोड़दी है। सहजे माती, उन्होंने सहज ज्ञान प्राप्त होया, उन्होंने सहज शांति प्राप्त हुई। उहदे जीवन दे विच शांति है, आनंद है, मस्ती है। गुरु दे शब्द दी विचार करया करो, गुरु दे शब्द नाल प्रेम करया करो। अगे कहंदे गुरु अमरदास नानक कामण हर वर पाया, गुर कै भाए प्यारे। कहंदे देखो, ये जिहड़ी जग्यासू रूप इस्तरी है, ये जो परमात्मा दे गीत गुरु दे शब्द राही गाउंदी है। गीत गाउंदियां गाउंदियां, आवाज़ दिंदियां दिंदियां एक दिन वर ने दरवाजा खोल दिता। परमात्मा जो पति परम ईश्वर है, उसने किवाड़ खोल के मिलना कीता है। पर एक किवाड़ किन्ना लई खुले, दरवाजे किन्ना लई खुले? महाराज कहंदे जिन्हां ने गुरु परमेश्वर नाल प्रेम कीता, जिन्हां गुरु दे शब्द नाल मोह पाया। तां ही ते कहंदे ने, गुरमुखिया मूहू सोहणे, गुर कै हेत प्यार, सच्ची भगती सच रते, दर सचै सचियार। आए से परवान है, सब कुल का कर है उधार। गुरु ग्रंथ साहब भगत संत महापुरुष यही समझाउंदे ने, भाई तुहाडे मुख फेरी सोहणे ने, भाव तुसीं फिर ही सोभनीक हो जे गुरु नाल प्रेम करदे हो, सच नाल प्रेम करदे हो, बाणी ते चल के सचियार बनदे हो। तुहाडा आया फिर दुनिया ते परवान है, तुसीं आप ते मुक्त होगे, कुल्लां दा भी उधार हो जावेगा। जिहड़ा मलाह हुंदा ना, बेड़ी च बिठा के कईयां नूं पार लै जांदा है। आखण लगे, दे रिडीम देयर ऑल एंसेस्टर्स, उन्हां दे परिवार, उन्हां दियां कुल्लां भी पार हो गईयां भवसागर तो, जिन्हां ने गुरु नाल प्रेम कीता है। जिन प्रेम कियो तिन ही प्रभ पायो। गुरु गोबिंद सिंह पातशाह दा भी यही फरमान है। भुल चुक दी खिमा जी, खंडे दी पौल छको, गुरु वाले बनो। वाहिगुरू जी का खालसा, वाहिगुरू जी की फतेह।